हुण सिंह साहिब ਗਿਆਨੀ ਰਾਮ ਸਿੰਘ ਜੀ ਮੁਖੀ ਦਮੜੀ ਟਕਸਾਲ ਉਹ ਆਪਣੇ ਆਪ ਜੀ ਦੇ ਨਾਲ ਪ੍ਰਵਚਨਾਂ ਦੀ ਸਾਂਝ ਪਾਉਣਗੇ। ਇੱਕ ਗੱਜ ਕੇ ਜਕਾਰਾ ਵਜਾਓ ਉਹਨਾਂ ਦੀ ਸਵਾਗਤ ਵਾਸਤੇ। ਬੋਲੇ ਸੋ ਨਿਹਾਲ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਹਾਓ खेत जो मांडियो सूरमा अब जूझन को दाओ सूरा सो पहचानिय जो लड़ै दीन के हेत पुरजा पुरजा कट मारै कब होना छाड़ै खेत पुरजा पुरजा कट मारै कब होना छाड़ै खेत। परम सत्कारयोग गुरु चरनां विखे जुड़ बैठे सरबत माई भाई शहीदां दे वारस कुर्बानियां करन वालिओ शहीदां दी यार च जुड़ बैठे सतसंगी जानो सतगुरु दी बख्शी हुई फतेह दी सांझ पाओ। बुलाओ सारे वाहिगुरु जी का खालसा वाहिगुरु जी की फतेह। नगर निवासी इलाका निवासी संगतां दे सहयोग दा सदका ये पावन पवित्र अस्थान जिस दे मुख सेवादार बाबा सुखवंत सिंह साहब जी हर साल कुर्बानी करने वाले शहीद कौम दे उन्हां शहीदां दा ये दिहाड़ा मनाया जाता है। दमदमी टकसाल दे पहले जथेदार महान शहीद कौमी शहीद शहीद बाबा दीप सिंह साहब जी हर साल उन्हां दा दिहाड़ा इस स्थान ते मनाया जाता है। सचखंड श्री हरमंदर साहब जी दे सिंह साहब ਗਿਆਨੀ ਮਾਨ ਸਿੰਘ ਸਾਹਿਬ ਜੀ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਗਏ ਨੇ। ਸਟੇਜ ਤੇ ਬੜੀਆਂ ਪੰਥ ਦੀਆਂ ਸ਼ਖਸੀਅਤਾਂ ਜੇਲਾਂ ਕੱਟਣ ਵਾਲੇ ਕੁਰਬਾਨੀਆਂ ਕਰਨ ਵਾਲੇ ਆ ਬਹੁਤੇ ਤਾਂ ਬਾਬਾ ਮਨਮੋਹਨ ਸੋਹਰੀ ਬੈਠੇ ਨੇ ਜੋਧਪੁਰ ਦੇ ਬਾਬਾ ਸੁਖਵੰਤ ਸਿੰਘ ਜੀ ਵੀ ਉੱਥੇ ਰਹੇ और इस तरह बाबा जी बाबा मनमोहन सिंह जी बारन वाले बाबा बलविंदर सिंह जी सारे दमदमी टकसाल का सरमाया ने कुर्बानी करने वाले ने। ते अखीरली गल तुसी सुनी लई है 29 साल काल कोठड़ियां दे तसीहे झलने रिहा हो के आए ने भाई साहब भाई लाल सिंह साहब जी अकालगढ़ है। आपां उन्हां दा सत्कार मान करना है। बाजां वाले सतगुरु ने ये शहीदां दा जिहड़ी परंपरा गुरु अर्जन साहब ने शुरुआत की सी और उस नूं अगे तोरदियां होइयां अपने पुत्र कौम दे लेखे लाने अपनी मां ते अपना बाप भी हिंदुस्तान की आबरू वास्ते निशावर कर देना है। घर घाट कौम तो निशावर कर देना है और ऐसे शहीद पैदा किए गुरु गोबिंद सिंह साहब जी दे भगती ते शक्ति दे सुमेल बाबा दीप सिंह साहब जी
ਐਸੇ ਮਹਾਂਪੁਰਖ ਕਰਨੀ ਵਾਲੇ 1682 ਵਿੱਚ ਜਨਮ ਹੋਇਆ। ਪਊਵਿੰਡ ਨਗਰ ਹੈ ਆਪਣੇ ਭਿੱਖੀਵਿੰਡ ਦੇ ਨਾਲ ਹੀ। ਕਈਆਂ ਗੁਰਸਿੱਖਾਂ ਨੇ ਦਰਸ਼ਨ ਕੀਤੇ ਹੋਣਗੇ। ਬੜੀ ਸੁੰਦਰ ਯਾਦਗਾਰ ਸਥਾਨ ਬਣਿਆ ਹੋਇਆ ਹੈ। ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਕੇ ਅੰਮ੍ਰਿਤ ਛਕਣਾ ਹੈ ਤੇ ਘੋੜ ਸਵਾਰੀ, ਨੇਜੇਬਾਜ਼ੀ, ਸ਼ਸਤਰ ਅਭਿਆਸ ਤੇ ਨਿਤਨੇਮ ਹੈ। ਉਸ ਮਹਾਂਪੁਰਖ ਦੇ ਹਿੱਸੇ ਆਇਆ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਲਿਖਣ ਵਾਸਤੇ ਖਾਲਸੇ ਨੇ ਕਿਹਾ ਸੀ, ਸਤਿਗੁਰੂ ਤੁਸੀਂ ਵਾਅਦਾ ਕੀਤਾ ਸੀ, ਇਤਿਹਾਸ ਬੜਾ ਲੰਬਾ ਹੈ, ਇੰਨਾ ਸਮਾਂ ਨਹੀਂ ਕਿ ਸਾਰੀਆਂ ਬੇਨਤੀਆਂ ਕਰ ਸਕਾਂ। ਕਲਗੀਧਰ ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰੂ ਤੁਸੀਂ ਆਨੰਦਪੁਰ ਸਾਹਿਬ ਇੱਕ ਵਾਅਦਾ ਕੀਤਾ ਸੀ ਸਾਡੇ ਨਾਲ ਕਿ ਗੁਰਬਾਣੀ ਦੇ ਤੁਹਾਨੂੰ ਅਰਥ ਪੜ੍ਹਾਵਾਂਗੇ, ਪਰ ਜੰਗਾਂ ਯੁੱਧਾਂ ਦਾ ਸਮਾਂ ਹੈ, ਵਿਹਲੇ ਹੋ ਕੇ ਪੜ੍ਹਾਵਾਂਗੇ। ਸਤਿਗੁਰੂ ਹੁਣ ਤੁਸੀਂ ਜੰਗ ਦਾ ਕਮਰ ਕੱਸਾ ਖੋਲ ਦਿੱਤਾ ਹੈ, ਕਿਰਪਾ ਕਰੋ ਤੇ ਸਾਨੂੰ ਗੁਰਬਾਣੀ ਦੇ ਅਰਥ ਪੜ੍ਹਾਓ। ਪੰਜੀ ਸਿੰਘ ਸਤਿਗੁਰੂ ਨੇ ਬਾਬਾ ਦੀਪ ਸਿੰਘ ਸਾਹਿਬ ਦੀ ਡਿਊਟੀ ਲਾਈ। ਦੀਪ ਸਿੰਘ ਜਿਹੜਾ ਸਰੂਪ 1659 ਅੰਤਲੇ ਦਿਨਾਂ ਵਿੱਚ ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਗੁਰੂ ਅਰਜਨ ਸਾਹਿਬ ਨੇ ਲਿਖਵਾਉਣਾ ਆਰੰਭ ਕੀਤਾ ਸੀ ਸ੍ਰੀ ਅੰਮ੍ਰਿਤਸਰ ਰਾਮਸਰ ਵਾਲੇ ਅਸਥਾਨ ਤੇ। 1661 ਭਾਦਰੋਂ ਦੀ ਮੱਸਿਆ ਵਾਲੇ ਦਿਨ ਉਹਦੀ ਸੰਪੂਰਨਤਾਈ ਹੋਣ ਤੋਂ ਬਾਅਦ ਸਤਿਗੁਰੂ ਨੇ ਅਗਲੇ ਦਿਨ ਏਕਮ ਲੱਗ ਜਾਂਦੀ ਆਈ ਸੰਗਤ ਨੂੰ ਕਿਹਾ ਸੀ, ਪੋਥੀ ਸਾਹਿਬ ਦਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਹੋਵੇਗਾ। ਉਹ ਪਾਵਨ ਸਰੂਪ ਜੋ ਸ੍ਰੀ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਦੇ ਨਿਯਤ ਕੀਤੇ, ਉਹ ਸਰੂਪ ਸੀ ਧੀਰ ਮੱਲ ਦੇ ਕੋਲ। ਕਰਤਾਰਪੁਰ ਸਾਹਿਬ ਅੱਜ ਵੀ ਸਰੂਪ ਉੱਥੇ ਹੀ ਹੈ। ਪੰਜੀ ਸਿੰਘ ਭੇਜੇ, ਦੀਪ ਸਿੰਘ ਜਾਓ ਉਹ ਸਰੂਪ ਲੈ ਕੇ ਆਉਣ। ਬਾਬਾ ਜੀ ਨਾਲ 24 ਸਾਥੀਆਂ ਨੂੰ ਹੋਰ ਨਾਲ ਲਿਆ ਤੇ ਗਏ। ਅਖੀਰ ਧੀਰ ਮੱਲ ਨੇ ਜਵਾਬ ਦੇਣਾ ਵੀ ਉਹੀ ਗੁਰੂ ਨੇ, ਆਪਣੇ ਕੋਲੋਂ ਬਾਣੀ ਉਚਾਰ ਲੈਣੇ, ਵੱਡਿਆਂ ਦਾ ਖਜ਼ਾਨਾ ਮੈਂ ਕਿਉਂ ਦਿਆਂ। ਵਾਪਸ ਆ ਗਏ, ਸਤਿਗੁਰਾਂ ਨੂੰ ਬੇਨਤੀ ਕੀਤੀ, ਹਜੂਰ ਕਹਿਣਗੇ ਕਲਮਾਂ ਦਾ ਪ੍ਰਬੰਧ ਕਰੋ, ਸਿਆਹੀ ਦਾ ਪ੍ਰਬੰਧ ਕਰੋ, ਪੱਤਰਿਆਂ ਦਾ ਪ੍ਰਬੰਧ ਕਰੋ। ਔਰ ਭਾਈ ਮਨੀ ਸਿੰਘ ਸਾਹਿਬ ਨੂੰ ਹੁਕਮ ਕੀਤਾ, ਮਨੀ ਸਿੰਘ ਲਿਖਣ ਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ। ਸਤਿਗੁਰੂ ਮੈਨੂੰ ਲਿਖਣਾ ਨਹੀਂ ਆਉਂਦਾ, ਹਜੂਰ ਕਹਿਣਗੇ ਆਪੇ ਕਲਮ ਚੱਲੇਗੇ। 9 ਮਹੀਨੇ 9 ਦਿਨ 9 ਘੜੀਆਂ ਸਤਿਗੁਰੂ ਗਰੀਬ ਨਵਾਜ ਨੇ ਸਰੂਪ ਦੀ ਲਿਖਵਾਈ, ਅੰਮ੍ਰਿਤ ਵੇਲੇ ਬਾਣੀ ਉਚਾਰਨੀ। ਬਾਬਾ ਦੀਪ ਸਿੰਘ ਸਾਹਿਬ ਨੇ ਪੱਤਰਿਆਂ ਦਾ, ਕਲਮਾਂ ਦਾ, ਸਿਆਹੀ ਦਾ ਪ੍ਰਬੰਧ ਕਰਨਾ ਹੈ। ਭਾਈ ਮਨੀ ਸਿੰਘ ਨੇ ਲਿਖਣੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੰਠੋਂ ਉਚਾਰਨੇ। ਅੰਮ੍ਰਿਤ ਵੇਲੇ ਬਾਣੀ ਲਿਖਾਈ ਜਾਂਦੀ ਤੇ ਸ਼ਾਮ ਨੂੰ ਗੁਰਬਾਣੀ ਦੇ ਅਰਥ ਪੜ੍ਹਾਏ ਜਾਂਦੇ। 48 ਸਿੰਘ ਅਰਥ ਪੜ੍ਹਨ ਵਾਲੇ ਗੁਰਮੁਖ ਪਿਆਰੇ, ਉਹਨਾਂ ਦੀ ਪੜ੍ਹਾਈ ਤੋਂ ਬਾਅਦ ਸਤਿਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾਈ ਤੋਂ ਬਾਅਦ ਡਿਊਟੀ ਲਾਈ ਸੀ, ਅਸੀਂ ਤੁਹਾਡੀ 2 ਸਿੰਘਾਂ ਦੀ ਡਿਊਟੀ ਲਾਉਨੇ ਹੈ। ਜਿਵੇਂ ਅਸੀਂ ਬ੍ਰਹਮ ਵਿਦਿਆ ਤੁਹਾਨੂੰ ਗੁਰਬਾਣੀ ਦੀ ਪੜ੍ਹਾਈ ਹੈ ਨਾ, ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਤੁਸੀਂ ਅੱਗੇ ਵਿਦਿਆ ਦੇਣੀ। ਭਾਈ ਮਨੀ ਸਿੰਘ ਤੁਸੀਂ ਅੰਮ੍ਰਿਤਸਰ ਸਾਹਿਬ ਜਾ ਕੇ ਉੱਥੋਂ ਦੀ ਸੇਵਾ ਸੰਭਾਲ ਕਰਨੀ ਹੈ, ਵਿਦਿਆਰਥੀਆਂ ਨੂੰ ਰੱਖ ਕੇ ਵਿਦਿਆ ਪੜ੍ਹਾਉਣੀ ਹੈ। ਸੱਤੋ ਵਾਲੀ ਗਲੀ ਅੰਮ੍ਰਿਤਸਰ ਵਾਲੀ ਟਕਸਾਲ ਬਾਬਾ ਮੱਖਣ ਸਿੰਘ ਸਾਹਿਬ ਜੀ। ਬਾਬਾ ਦੀਪ ਸਿੰਘ ਸਾਹਿਬ ਨੂੰ ਕਿਹਾ, ਦੀਪ ਸਿੰਘ ਇਹ ਸਾਡੀ ਗੁਰੂ ਕਾਂਸ਼ੀ ਵਾਲੀ ਜਗ੍ਹਾ ਹੈ, ਬੈਲ ਬੁੱਧੀ ਵਾਲਾ ਮਨੁੱਖ ਵੀ ਆ ਕੇ ਪੜ੍ਹੇਗਾ ਤੁਹਾਨੂੰ ਬ੍ਰਹਮ ਵਿਦਿਆ ਪ੍ਰਾਪਤ ਹੋਵੇਗੀ। ਇੱਥੇ ਰਹਿ ਕੇ ਵਿਦਿਆਰਥੀਆਂ ਨੂੰ ਵਿਦਿਆ ਪੜ੍ਹਾਉਣੀ। ਹਜੂਰ ਸੱਚੇ ਪਾਤਸ਼ਾਹ ਹਜੂਰ ਸਾਹਿਬ ਨੂੰ ਜਦੋਂ ਗਏ ਨੇ, ਬਾਬਾ ਜੀ ਨਾਲ ਗਏ। 1704 ਵਿੱਚ ਹਜੂਰ ਸੱਚੇ ਪਾਤਸ਼ਾਹ ਹਜੂਰ ਸਾਹਿਬ ਨੂੰ ਚੱਲ ਪਏ ਨੰਦੇੜ। 9 ਨਦਾਂ ਦੀ ਧਰਤੀ ਹੈ ਤੇ ਉਹਨਾਂ ਦੇ ਨਾਂ ਦਾ ਵਸਦਾ ਹੋਇਆ ਸ਼ਹਿਰ ਹੈ।
ਨਦੇੜੈ। ਬਾਬਾ ਦੀਪ ਸਿੰਘ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨਾਲ ਗਏ ਜਦੋਂ ਹਜੂਰ ਨੇ 1708 ਵਿੱਚ ਆ ਗੁਰਪੁਰਬ ਆ ਰਿਹਾ, ਕੱਲ ਨੂੰ ਦੀਪਮਾਲਾ ਹੈ ਤੇ ਤੀਜੇ ਦਿਨ ਬਾਅਦ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਿਆਈ ਦੇਣੀ। 5 ਸਿੰਘਾਂ ਨੂੰ ਤਾਬਿਆ ਖੜੇ ਕੀਤਾ, 5 ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ। ਉਹਨਾਂ 5 ਸਿੰਘਾਂ ਵਿੱਚ 2 ਪਹਿਲਾ ਤੇ ਦੂਜਾ ਦਮਦਮੀ ਟਕਸਾਲ ਦਾ ਮੁਖੀ ਬਾਬਾ ਦੀਪ ਸਿੰਘ ਸਾਹਿਬ, ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ, ਭਾਈ ਹਰ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, 5 ਪਿਆਰਿਆਂ ਚੋਂ ਪਿਆਰੇ ਧਰਮ ਸਿੰਘ ਸਾਹਿਬ ਜੀ। 5 ਸਿੰਘਾਂ ਨੂੰ ਤਾਬਿਆ ਖੜੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਾਲੀਏ ਤੇ 5 ਪੈਸੇ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਹਜੂਰ ਨੇ ਹੁਕਮ ਹੀ ਕਰਤਾ, ਸਾਨੂੰ ਪਕੀਜਾ ਤੌਰ ਤੇ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਹਜੂਰ ਜੋਤੀ ਜੋਰ ਸਮਾਏ 5ਵੇਂ ਦਿਨ ਮੱਸਿਆ ਤੋਂ ਬਾਅਦ ਦੀਵਾਲੀ ਤੋਂ 5ਵੇਂ ਦਿਨ ਹਜੂਰ ਜੋਤੀ ਜੋਰ ਸਮਾਏ। ਉਸ ਵੇਲੇ ਬਾਬਾ ਦੀਪ ਸਿੰਘ ਸਾਹਿਬ ਜੀ, ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਗੁਰੂ ਵੱਲੋਂ ਲੱਗੀ ਹੋਈ ਡਿਊਟੀ ਦੇ ਮੁਤਾਬਕ ਵਾਪਸ ਪੰਜਾਬ ਨੂੰ ਆ ਗਏ ਤੇ ਹੋਰ ਖਾਲਸਾ ਵੀ ਆਇਆ। ਉਹਨਾਂ ਦਿਨਾਂ 'ਚ ਹੀ ਸਤਿਗੁਰੂ ਨੇ ਹਜੂਰ ਸਾਹਿਬ ਤੋਂ ਭੇਜਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ। ਬਾਬਾ ਦੀਪ ਸਿੰਘ ਸਾਹਿਬ ਜੀ 8 ਸਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਰਹੇ। ਭਾਈ ਦਰਬਾਰਾ ਸਿੰਘ ਜੀ ਮੁਖੀਆ ਸਿੱਖ ਹੈ, ਉਹਦੇ ਅਕਾਲ ਚਲਾਣੇ ਤੋਂ ਬਾਅਦ 2 ਹਿੱਸੇ ਬਣ ਗਏ ਔਰ ਉਹ ਸੀ ਇੱਕ ਬੁੱਢਾ ਦਲ ਤੇ ਇੱਕ ਤਰਨਾ ਦਲ ਹੈ। ਤਰਨਾ ਦਲ ਵਿੱਚੋਂ ਫਿਰ ਕਿਉਂਕਿ ਹਾਲਾਤ ਐਸੇ ਸੀ ਔਰ ਦੁਸ਼ਮਣ ਨਾਲ ਲੜਾਈ ਲੜਨੀ ਪੈਂਦੀ ਸੀ, ਬੜੇ ਵਿਖੜੇ ਪੈਂਦੇ ਸਨ। 5 ਹਿੱਸਿਆਂ 'ਚ ਤਰਨਾ ਦਲ ਫਿਰ ਕੀਤਾ। 5 ਹਿੱਸਿਆਂ ਵਿੱਚ ਇੱਕ ਹਿੱਸਾ ਤਰਨਾ ਦਲ ਦੇ ਮੁਖੀ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਬਣਾਇਆ ਗਿਆ। ਜਿੱਥੇ ਟਕਸਾਲ ਦੇ ਮੁਖੀ ਸੀ ਨਾ, ਉੱਥੇ ਤਰਨਾ ਦਲ ਦੇ ਵੀ ਆਪ ਮੁਖੀ ਫੌਜ ਦੇ ਬਣੇ ਔਰ ਬਾਬਾ ਬਕਾਲਾ ਜਥੇਬੰਦੀ ਚੱਲਦੀ ਹੈ ਔਰ ਮਹਾਂਪੁਰਖ ਬਾਬਾ ਬਿਸ਼ਨ ਸਿੰਘ ਸਾਹਿਬ ਜੀ, ਬਾਬੇ ਬਕਾਲੇ ਵਾਲੇ ਨਿਹੰਗ ਸਿੰਘ ਤਰਨਾ ਦਲ ਹੈ। 60 ਸਾਲ ਉਸ ਮਹਾਂਪੁਰਖਾਂ ਨੇ ਸੇਵਾ ਦਲ ਪੰਥ ਦੀ ਕੀਤੀ। ਬਾਬਾ ਬਿਸ਼ਨ ਸਿੰਘ ਜੀ ਨੇ 60 ਸਾਲ ਹੈ। ਮੈਂ ਉਹਨਾਂ ਦੇ ਦਰਸ਼ਨ ਕੀਤੇ, ਬੜੇ ਦਰਸ਼ਨ ਹੁੰਦੇ ਰਹੇ। ਬਾਬਾ ਕੀਰਤਨ ਸਿੰਘ ਸਾਹਿਬ ਜੀ, ਬਾਬਾ ਮੱਖਣ ਸਿੰਘ ਸਾਹਿਬ ਜੀ, ਅੱਜ ਮੌਜੂਦਾ ਜਥੇਦਾਰ ਨੇ ਬਾਬਾ ਗੱਜਣ ਸਿੰਘ ਸਾਹਿਬ ਜੀ। ਬਾਬਾ ਦੀਪ ਸਿੰਘ ਸਾਹਿਬ ਦਾ ਚਲਾਇਆ ਹੋਇਆ ਤਰਨਾ ਦਲ ਫੌਜ ਹੈ ਔਰ ਬਾਬਾ ਜੀ 1708 ਤੋਂ ਲੈ ਕੇ 1715-16 ਤੱਕ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਰਹੇ। ਜਦੋਂ ਐਸਾ ਸਮਾਂ ਆ ਗਿਆ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਗਜਨਵੀ ਦੇ ਬਜਾਜ ਟਕੇ ਟਕੇ ਨੂੰ ਵਿਕਦੀਆਂ ਸੀ, ਉਸ ਵੇਲੇ ਬਾਬਾ ਦੀਪ ਸਿੰਘ ਸਾਹਿਬ ਦੀ ਫੌਜ ਨੇ ਛਡਾਈਆਂ ਸਿੰਘਣ ਬੱਚੀਆਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ। ਹੁਕਮ ਚੰਬੇ ਵਾਲੇ ਰਾਜੇ ਦੀ ਸੁੰਦਰ ਸਰੂਪ ਵਾਲੀ ਨੌਜਵਾਨ ਲੜਕੀ। ਪੰਥ ਨੇ ਹੁਕਮ ਕੀਤਾ, ਦੀਪ ਸਿੰਘਾ ਇਸ ਰਾਜੇ ਦੀ ਲੜਕੀ ਨੂੰ ਮਾਪਿਆਂ ਦੇ ਘਰ ਪਹੁੰਚਾ ਕੇ ਆਉਣਾ ਤੁਹਾਡੀ ਡਿਊਟੀ ਹੈ। ਬਾਬਾ ਦੀਪ ਸਿੰਘ ਸਾਹਿਬ ਨੂੰ ਲੜਕੀ ਨੂੰ ਘਰ ਛੱਡਣ ਵਾਸਤੇ ਜਾ ਰਹੇ ਸੀ। ਰਸਤੇ 'ਚ ਲੜਕੀ ਨੇ ਆਖਿਆ, ਦੀਪ ਸਿੰਘ, ਜਿਸ ਬਾਪ ਨੇ ਸਾਨੂੰ ਇਹਨਾਂ ਲੋਕਾਂ ਦੇ ਅੱਗੇ ਬੰਨ ਕੇ ਤੋੜ ਦਿੱਤਾ, ਅੱਜ ਖਾਲਸਾ ਮੌਕੇ ਤੇ ਪਹੁੰਚ ਗਿਆ, ਸਾਨੂੰ ਛੁਡਾ ਲਿਆ, ਤੁਸੀਂ ਫਿਰ ਮਾਪਿਆਂ ਦੇ ਘਰ ਛੱਡਣ ਜਾ ਰਹੇ ਹੋ, ਫਿਰ ਸਾਨੂੰ ਕੌਣ ਛਡਾਵੇਗਾ? ਮੈਂ ਬੇਨਤੀ ਕਰਦੀ ਹਾਂ ਕਿ ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ ਹੋ ਜਾਣੀ ਤੇ ਸਿੰਘਾਂ ਮੈਨੂੰ ਦਲ ਵਿੱਚ ਰੱਖ ਲਾ, ਆਪਣੀ ਸਿੰਘਣੀ ਬਣਾ ਲੈ। ਕੌਮ ਦਾ ਜਥੇਦਾਰ ਸਾਡੀ ਕੌਮ ਦਾ ਕਿਰਦਾਰ ਹੈ। ਬਾਬਾ ਦੀਪ ਸਿੰਘ ਸਾਹਿਬ ਨੇ ਕਿਹਾ, ਭੈਣੇ ਤੂੰ ਮੇਰੀ ਭੈਣ ਹੈ। ਪੰਥ ਨੇ ਹੁਕਮ ਕੀਤਾ ਸੀ ਘਰ ਛੱਡ ਕੇ ਆਉਣਾ, ਮਾਪਿਆਂ ਦੇ ਕੋਲ ਹੈ। ਦੀਪ ਸਿੰਘ ਆਪਣੀ ਭੈਣ ਨੂੰ ਸੁਰੱਖਿਅਤ ਮਾਪਿਆਂ ਦੇ ਘਰ ਪਹੁੰਚਾਵੇਗਾ।
लड़की ने सवाल किया, अज तो तुसी छुड़ा लिया, फिर दीप सिंह ने हिक ते हाथ रख के आख्या, भैने जब तक दीप सिंह जिंदा है ना, मेरी भैन वाल को कैरी अख नाल नहीं कोई झाक सकेगा। ये साडा इतिहास है खालसा जी, किरदार है। बहुत वड्डियां पंथ दीयां सेवावां आए ने दमदमा साहब गुरु वालों लगी हुई ड्यूटी नूं निभाउंदियां होइयां। बाबा जी ने खालसा जी उन्हां समय बड़ा बिखड़ा सी माल विच रहना। असीं बचपन च वेख्या पानी नहीं सी लभदा हुंदा, टिब्बे हुंदे सी, हुण नहरां, हुण पानी, हुण बेपरवाहियां ने बड़ी किरपा है। निक्के निक्के हुंदे वेखदे ने, अज तो 40-45 साल पहलां टिब्बे हुंदे सी, अज उत्ते झोने हुंदे ने। 300 वरा पहलों किहो जे हालात होणगे, कदे ख्याल करके वेखण। और बाबा जी जिस भोरे च बैठ के गुरु ग्रंथ साहब दे स्वरूप लिखदे सी, ओदियां चौड़ियां चौड़ियां निक्की इट दियां कंधां ने, ते ओह गुट्ठां दे विच घड़े रखे होए, एक च बेर पाए होए, मलियां दे बेर तोड़ के रखे होए, ते एक च घड़ा पानी दा भरिया होया है। 4 स्वरूप उस महापुरख ने अपनी कलम नाल लिखे, अपने हथ नाल है। अरबी भाषा विच एक स्वरूप लिखिया जेड़ा अरब दी संगत नूं दिता है। सुंदर गुटका, कदे दमदमा साहब जाओ, दसम दी बाणी बहुती उहदे विच है। अज कईयां लोकां नूं बड़ी तकलीफ होंदी है, जिन्हें पढ़ना नहीं करना नहीं कुछ, उन्हां नूं बड़ी तकलीफ होंदी है दसम दी बाणी तो। बाबा जी दा सुंदर गुटका कदे दमदमा साहब दर्शन करके आओ, पोथी टाइप है, जिवें अमृत कीर्तन पोथी हुंदी है ना, एडा गुटका है। बहुती दसम दी बाणी उहदे विच है। और बाबा जी दा नितनेम और एडे नाम अभ्यासी महापुरख है। खबर मिली श्री हरमंदर साहब अज सिखां दा खतरे च पै गया है। अब्दाली दी फौज बख्शी जहान खां वर्गे, यकूब खां वर्गे अज सरोवर पूरिया जा रहा ते हमलावर होके आ रहे ने। जिस कलम नाल लिखदे सी ना महापुरख रब दे बंदगी करन वाले, 84 पाठ जपजी साहब का नितनेम, सारी 5 ग्रंथी, सारा दिन गुरु ग्रंथ साहब लिखना है। तुसीं अंदाजा लो उस महापुरख की कितनी काल कमाई होवेगी। वो कलम रख दी, जे जीवै पत लथी जाए, सब हराम जेता किछ खाए। अज जो कौम ते बिपता बनदी, मैं कई संत वेना है, वो आपदा माल मनके ते मनके ठोकी तुरे आउंदे ने। कौम जिधर मर्जी खूह च डिगे, उन्होंने इस गल की कोई परवाह नहीं। उन्होंने अपनी सिक्खी सेवकी तत्पर रहनी चाहिए है। 328 स्वरूप गुरु ग्रंथ साहब के ला पता हो गए। आ गिणती दे सिंह ने सत्कार कमेटी वाले जिहड़े उत्थों कमेटी ने कुट के उत्थों कढ दिते, किरपाना बरशियां नाल, तुसीं वेखिया ही है फोटो, तुसीं वेखिया ही है। ते मुआफ करियो, बहुते संत तो बोले ही नहीं भी सानू की लोड़ है, गुरु ग्रंथ साहब होर लिखवा लांगे। बादल साहब नहीं रुसना चाहिए, गुस्ताखी मुआफ करियो मेरी, साडे आगू नहीं रुसने चाहिए। गुरु ग्रंथ साहब का छापा घर का ही छापा, उतों कागज लियावांगे तो होर लिख लांगे, पर बादल साल लभने। ये साडी कौम के हालात ने, कोई बोलण नूं संत कोई तैयार नहीं। वो 40 दिन बैठे रहे, कुट के कढ़ दिते, किसी ने उत्थे जाके कई ने टीम नहीं मारी, जाके तुसीं बैठे थे। ये गुरु ग्रंथ साहब का सत्कार है साडे मना, जिहदे सिर ते रोटियां खाने हैं ना, जिहदे दाते दा दिता खाने हैं, कोई सानू उहदी परवाह नहीं। फेर की होया, थावां थावां ते रूड़ियां ते अज भी सुटे जा रहे हैं, रोले जा रहे हैं, पत्थरे पाड़े जा रहे हैं, की फर्क पैंदा है। ये कौम दी ऐसी अवेसलापन दी हालत हो गई ते हालात वो बन गए। गुस्ताखी मुआफ करियो, जेड़े भाई गुरदास ने लिखे सी ना गुरु नानक साहब दे आउण तो पहला, थम्मे कोई ना साध बिन, साध ना दिसै जग विच कोआ। ये हालात ने कौम दे। सुनिए हरमंदर खतरे विच पै गया है, सरोवर पूरिया जान लग पिया है। उस महापुरख ने कलम रखी, कच्चे 18 सेर दा खंडा फड़ लिया हाथ विच। आओ जिन्हें मेरे नाल जाना सोधिया अरदासा है। और 500 सिंघां दा जथा नाल तुरिया, रस्ते च माझा मालवा दुआबा संगत जुड़दी गई। तरन ताਰਨ रात गुजारी, अमृत ਲਈ इशनान पान किया, गुरु अर्जन साहब के दर ते दरबार साहब अरदास की, दाता ये सिर पंथ की इमानत है,
मेरे जिਉਂਦੇ जी गुरु ग्रंथ साहब का अपमान श्री हरमंदर साहब कर रहे हो। की जिਉਂ के लेना ते की साडी जिंदगी है। मैं ये सिर तेरे चरणों च भेंट करना है दाता, मेरी हाजरी प्रवान कर लवें। अरदासा सोधिया चल पे ते अगे एक गुरुद्वारा होर बनिया लकीर साहब है। तुसी करे तरन ताਰਨ जाओ दर्शन करो, गुरुद्वारा लकीर साहब है। लकीर खिंच जी खंडे नाल आओ, जिन्होंने घर घाट प्यारा नहीं आओ जिन्होंने ने। और बाबा जी चल पे अमृतसर वाले। इधरों अबदाली की फौज ने सोचा भी शहर तो बाहर अगे वध के सिंघां दा मुकाबला करना है। ਚੱਬੇ वाहिगुरु गोलवाड़ के मैदान च तुसीं एक गुरुद्वारा सड़क ते अड्डे ते वेखिया होवेगा, ललकार साहब है, जिथे जकारा छड़ के ललकारा मारिया प्याओ बहादुर सूरमियों। गिलजियां नूं भाईजियां नूं दसीए भी किवें साडे सरोवर पूरी दिन ते गुरु ग्रंथ साहब का अपमान करीदा है। बहादुर गति नाल योधे दुश्मन ते टुट के पै गए। गिलजे पिछे वधने होए, पिछे हटन लगे, बहादुर सूरमे अगे वधन लगे। और अखीर ਚੱਬੇ पिंड तो अगे वधदियां होइयां गुरुद्वारा टाला साहब बने है, जिहदा मेरे ख्याल 8 तरीक नूं परसों चौथी उद्घाटन होया नवीं बिल्डिंग दा। पुरानी टाली हुंदी सी, निहंग सिंह नूं टाला कहंदे ने, टाली नूं पुरानी उत्थे टाली सी बड़ी तगड़ी, उत्थे शहादत होई। यकूब खां बाबा जी दे अगे वधे आली आली दे नारे लाउंदा है। बाबा जी ने थां ते इज्जत कर दिता है। ओदी मौत तो बाद अगे जहान खां वधिया और बाबा जी दोहां सूरमियां दे बराबर वार चले, सिर धड़ तो वखरे हो गए। जमीन ते डिग पिया तहड़े। मीत जथेदार भाई नत्था सिंह कोल खलोता सी, उन्हें आख्या बाबा जी अजे अमृत वेले अरदासा सोधिया सी भी सिर गुरु रामदास के चरणों च भेंट करना ते रस्ते च डेरा नाल तड़ फड़किया ते उठे, खब्बी हाथ दी हथेली ते सिर रख लिया। कच्चे 18 सिर का खंडा सज्जे हाथ च ले लिया ते दुश्मन दे आओ वाले हो रहा सी, जूआ छड़ रहा सी भी बुजुर्ग ते सिर लथा होया और सिर सिख लड़ रहा है। और ज्यों ना अमृतसर छड्या ते गिलजियां ने पिछे पा के लाहौर तक नहीं वेखिया। सिर गुरु रामदास दियां प्रकर्मां च जाके भेंट कीता। निशानी हुंदी सी पहलों जिवें असीं प्राकी निशानियां सारियां मेटियां ने ना, वो निशाना चाहिए ते करना चाहिए है। और तुहाडे इलाके दे नगर दे इलाके दे आ नागो के पिंड शहीदां नाल भरिया पिया। भाई मेजर सिंह जी, भाई लखा सिंह जी, भाई कुलवंत सिंह जी बेअंत ऐसे मरो जीवड़े जिन्हां ने कुर्बानियां तुहाडे नगर दे किन्ने बजुर्ग हैं, बहुत वड्डियां कुर्बानियां जेलां कटियां।
बड़े तसीहे झल्ले और अज खालसा जी कौम का जथेदार जिन्हों समुची कौम ने बनाया है। बहुते तो लिफाफिया चो निकलते ने जिन्हों कौम ने बनाया ने। सरबत खालसे च कौम का जथेदार भाई जगतार सिंह जी हवारा जेलों दी काल कोठरियां च अज भी बैठा, चढ़ती कला च बैठा है। उन्हें कौम की चढ़ती कला वास्ते अकाल यूथ नाम की एक जथेबंदी स्थापित की। पिछले दिन ही मैनू हुक्म उन्हें भेजा सी भी अरदास काल तख्त ते करियो। ओदी अरदास की 15 अक्तूबर नूं नौजवानों की जथेबंदी ਉਹਦੇ ਚ ਤੁਹਾਡੇ ਇਲਾਕੇ ਦੇ ਵੀ ਨਿਹੰਗ ਸਿੰਘ ਜਥੇਬੰਦੀ ਤੇ ਤਰਨਾ ਦਲ ਦੇ ਗੁਰਮੁਖ ਪਿਆਰੇ ਬਣਾਏ। ਪੰਜ ਪ੍ਰਧਾਨੀ ਕਾਇਮ ਕੀਤੀ, 5 ਹੈ। ਸੋ ਉਹਨਾਂ ਗੁਰਮੁਖ ਪਿਆਰੇ ਇੱਥੇ ਕੁਝ ਉਹਨਾਂ ਚੋਂ ਪਹੁੰਚੇ ਹੋਏ ਨੇ। ਥਾਵਾਂ ਥਾਂ ਤੇ ਉਪਰਾਲਾ ਕੀਤਾ ਜਾ ਰਿਹਾ ਤੇ ਤੁਸੀਂ ਵੀ ਕਰੋ। ਜੇ ਤੱਕ ਕੌਮ ਦੀ ਵਿਗੜੀ ਹੋਈ ਸਵਾਰਨੀ ਚਾਹੁੰਦੇ ਹੋ ਤੇ ਫਿਰ ਇਹ ਥੋੜਾ ਜਿਹਾ ਆਪਾਂ ਨੂੰ ਉੱਠਣਾ ਪੈਣਾ। ਤਾਂ ਤੇ ਜੇ ਕੋਈ ਗੱਲ ਨਹੀਂ ਤੇ ਫਿਰ ਤਾਂ ਕੋਈ ਗੱਲ ਨਹੀਂ, ਜੋ ਹੁੰਦਾ ਹੋ ਹੀ ਜਾਣਾ। ਫਿਰ ਤਾਂ ਕੋਈ ਗੱਲ ਨਹੀਂ। ਫਿਰ ਤਾਂ ਸੰਤ ਜਰਨੈਲ ਸਿੰਘ ਅਗਵਾਈ ਹਿੜਮੋਰ 'ਚ ਲੱਗੇ, ਸ਼ਹਾਦਤਾਂ ਹੋਈਆਂ। 29 ਸਾਲ ਕੱਟ ਕੇ ਭਾਈ ਲਾਲ ਸੋ ਆ ਗਿਆ, ਦੂਜੇ ਵੀ ਆ ਜਾ। ਆਪਾਂ ਨੂੰ ਕੀ, ਆਪਾਂ ਤਾਂ ਮੌਜਾਂ ਕਰਦੇ ਆਂ। ਇਹ ਖਾਲਸੇ ਦੇ ਹਿੱਸੇ ਆਇਆ, ਖਾਲਸੇ ਦੇ। ਉਹ ਕਾਲਾ ਹਰਨ ਜਿਹਾ ਮਾਰ ਬੈਠਾ ਸੀ ਨਾ, ਉਹ ਕੀ ਉਹ ਸ਼ਾਹਰੁਖ ਕੀ ਉਹਨੂੰ ਆਦੇ ਫਿਲਮੀ ਐਕਟਰ ਜਿਹਾ, ਉਹ ਜਦੋਂ ਜੇਲ੍ਹ 'ਚ ਜਾਂਦੇ ਨਾ ਇਹ ਡਰਾਮੇਬਾਜ਼ੀ ਜੀ, ਉਹਨੂੰ ਰਾਤ ਅਗਲੇ ਦਿਨ ਅਖਬਾਰ ਭਰੀ ਹੁੰਦੀ ਹੈ। ਉਹਨੇ ਅੱਜ ਹਰੀ ਸਬਜ਼ੀ ਨਾਲ ਰੋਟੀ ਖਾਧੀ, ਜਿਹਨੂੰ ਰਾਤ ਨੂੰ ਨੀਂਦ ਨਹੀਂ ਆਈ ਜੀ। ਨੀਂਦ ਉਹਨੂੰ ਸੁਆਹ ਹੋਣੀ। ਇਹੋ ਜਿਹੇ ਨੂੰ ਕਿੱਥੇ ਰਾਤ ਨੀਂਦ ਆਉਂਦੀ ਹੈ। ਇਹ ਤਾਂ ਭਾਈ ਲਾਲ ਸੋ ਵਰਗੇ ਨੇ, ਪ੍ਰਵਾਹ ਕੋਈ ਨਹੀਂ ਗੁਰੂ ਕੇ ਪਿਆਰਿਆਂ ਨੂੰ। ਤੇ ਰੋਜ਼ ਅਖਬਾਰ ਭਰੇ ਹੁੰਦੇ। ਅੱਜ ਉਹਨੂੰ ਨੀਂਦ ਨਹੀਂ ਆਈ, ਅੱਜ ਉਹਨੂੰ ਫਲਾਣਾ ਮਿਲਣ ਗਿਆ। ਅੱਜ ਉਹ ਰੋਂਦਾ ਸੀ, ਉੱਥੇ ਅੰਦਰ ਬੈਠੇ ਰੋਂਦੇ ਨੇ, ਤੀਜੇ ਦਿਨ ਬਾਹਰ ਆ ਜਾਂਦੇ ਨੇ। ਔਰ ਤੁਹਾਡੀ ਕਿਤੇ ਸੁਣਵਾਈ ਨਹੀਂ। 29 ਸਾਲ, 30 ਸਾਲ, 35 ਵਰੇ ਹੋ ਗਏ ਨੇ ਜੇਲ੍ਹਾਂ ਦੀਆਂ ਕਾਲ ਕੋਠੀਆਂ 'ਚ। ਬੇਗੁਨਾਹ ਵਿਚਾਰੇ ਕੇਸ ਵੀ ਖਤਮ ਹੋ ਗਏ ਨੇ। ਜੇ ਕਤਲਾਂ ਦੀ ਸਜ਼ਾ ਹੋਵੇ ਤਾਂ ਵੀ 14 ਸਾਲ ਹੀ ਕੱਟਣੀ ਪੈਂਦੀ ਹੈ, ਤੇ ਕਈ 14 ਹੋ ਗਏ ਨੇ ਉਹਨਾਂ ਨੂੰ। ਨਹੀਂ ਕਿਤੇ ਕੌਮ ਦੀ ਸੁਣਵਾਈ। ਅਸੀਂ ਅਵੇਸਲੇ ਹੋ ਰਹੇ ਹਾਂ, ਸਾਡੀਆਂ ਮਜਬੂਰੀਆਂ ਨੇ। ਸਾਨੂੰ ਨਾ ਲੀਡਰਾਂ ਨੇ ਮਾਰ ਕੱਤਿਆ ਤੇ ਅਸੀਂ ਉਹਨਾਂ ਦੇ ਮਗਰ ਜਕਾਰੇ ਛੱਡੀ ਜਾਂਦੇ ਆ। ਕੱਖ ਨਹੀਂ ਮਿਲਣਾ ਸਾਨੂੰ। ਜੇ ਮਿਲਣਾ ਤੇ ਇਸ ਦਾਤੇ ਕੋਲ ਮਿਲਣਾ ਹੈ। ਤੁਸੀਂ ਬਾਬਾ ਦੀਪ ਸਿੰਘ ਦੇ ਸ਼ਹੀਦਾਂ ਦੇ ਵਾਰਸ ਹੋ ਤੇ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅੰਮ੍ਰਿਤ ਛਕਿਆ ਤੇ ਬਾਣੀ ਬਣ ਕੇ ਤਿਆਰ ਪ੍ਰਤਿਆਰ ਹੋਇਆ। ਅਸੀਂ ਬਾਣੀ ਤੇ ਬਾਣ ਕੇ ਤਿਆਰ ਪ੍ਰਤਿਆਰ ਹੋਈਏ, ਚੜ੍ਹਦੀ ਕਲਾ ਦਾ ਜੀਵਨ ਬਣਾਈਏ। ਭੈਣਾਂ ਵੀਰ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ ਤੇ ਚੜ੍ਹ ਜਾਈਏ, ਜਿਸ ਕਰਕੇ ਸਾਡਾ ਜੀਵਨ ਸਫਲਾ ਹੋ ਜਾਵੇ। ਗੁਰੂ ਕੀ ਰਹਿਮਤ, ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣੀਏ। ਬਾਹਰ ਦੇ ਸਿੰਘਾਂ ਨੇ ਉਪਰਾਲਾ ਕੀਤਾ। ਭਾਈ ਇੰਦਰਜੀਤ ਸਿੰਘ ਜੀ, ਬੜਾ ਮੇਰੇ ਨਾਲ ਪਿਆਰ ਹੈ ਉਹਨਾਂ ਗੁਰਮੁਖਾਂ ਦਾ। ਉਹਨਾਂ ਨੇ ਸਾਰਾ ਯਤਨ ਕੀਤਾ ਭਾਈ ਲਾਲ ਸਿੰਘ ਦੇ ਸਨਮਾਨ ਤੋਂ ਵਾਸਤੇ। ਆ ਜਿਹੜਾ ਟੀਵੀ ਚੈਨਲ ਚੱਲਦਾ, ਭਾਈ ਬਚਿੱਤਰ ਸਿੰਘ ਜੀ ਸ਼ੌਂਕੀ ਇਟਲੀ ਬੈਠਾ ਹੈ। ਆ ਤੁਹਾਡੇ ਲਾਗੇ ਹੀ ਉਹਨਾਂ ਦਾ ਨਗਰ ਹੈ, ਰੋਡ ਦੇ ਉੱਤੇ। ਬਹੁਤ ਚੜ੍ਹਦੀ ਕਲਾ ਜੋਗਾ ਸਿੰਘ ਕਵੀਸ਼ਰ, ਕੌਮ ਦਾ ਥੰਮ, ਬੜਾ ਤਕੜਾ ਕੌਮ ਦਾ ਕਵੀਸ਼ਰ, ਬਾਬਾ ਭੋੜ ਜੀ ਨੂੰ ਕਿਹਾ ਜਾਂਦਾ ਹੈ। ਉਹਦੇ ਨਾਲ ਉਹਨਾਂ ਤੋਂ ਸਿੱਖ ਕੇ ਬਾਹਰ ਸੁੰਦਰ ਦੀਵਾਨ ਸਜਾਉਂਦਾ ਹੈ। ਬਹੁਤ ਵੱਡੀ ਵੀਰ ਸੇਵਾ ਨਿਭਾ ਰਿਹਾ ਹੈ। ਉਹ ਟੀਵੀ ਦੀ ਸਾਰੀ ਚੈਨਲਾਂ ਵਾਲੀ ਸੇਵਾ ਨਿਭਾ ਰਿਹਾ ਹੈ। ਹੋਰ ਸਾਰੇ ਤੁਸੀਂ ਚੜ੍ਹਦੀ ਕਲਾ ਨਾਲ ਬਾਬਾ ਸੁਖਵੰਤ ਸਿੰਘ ਜੀ ਨੂੰ ਸਹਿਯੋਗ ਦੇ ਕੇ ਸ਼ਹੀਦਾਂ ਦੀ ਯਾਦ ਵਿੱਚ ਜੁੜਦੇ ਹੋ। ਮੈਂ ਜਿੱਥੇ ਗੁਰੂ ਦਾ ਧੰਨਵਾਦ ਹੈ, ਸੰਗਤਾਂ ਦਾ ਧੰਨਵਾਦ ਹੈ, ਉੱਥੇ ਮੈਂ ਬਾਬੇ ਸੁਖਵੰਤ ਸਿੰਘ ਦਾ ਵੀ ਧੰਨਵਾਦ ਕਰਦਾ ਹਾਂ। ਇਹ ਦਮਦਮੀ ਟਕਸਾਲ ਸ਼ਹੀਦਾਂ ਦੀ ਜਥੇਬੰਦੀ ਬਾਬਾ ਜੀ ਇੱਥੇ ਸੇਵਾ ਨਿਭਾ ਰਹੇ ਨੇ। ਗੁਰੂ ਕਿਰਪਾ ਕਰੇ ਤੁਸੀਂ ਸਾਰੇ ਸਹਿਯੋਗ ਦਿਓ ਤਾਂ ਕਿ ਰਲ ਮਿਲ ਕੇ ਇਹਨਾਂ ਸਥਾਨਾਂ ਤੇ ਹੋਰ 4 ਚੰਨ ਲੱਗਣ। ਅਸੀਂ ਸ਼ਹੀਦਾਂ ਦੇ ਵਾਰਸ, ਉਹਨਾਂ ਦੀ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦੇ ਰਹੀਏ। ਗੁਰੂ ਗ੍ਰੰਥ ਸਾਹਿਬ ਦਾ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੜੇ ਇਸੇ ਤਰ੍ਹਾਂ ਸਾਰੇ ਜੋਧਪੁਰ ਦੀਆਂ ਜੇਲ੍ਹਾਂ, ਹੋਰ ਜੇਲ੍ਹਾਂ 'ਚ ਤਸੀਹੇ ਕੱਟਣ ਵਾਲੇ ਗੁਰਮੁਖ ਪਿਆਰੇ ਸਾਰੇ ਇੱਥੇ ਆਏ ਨੇ। ਇੱਕ ਦੂ ਇੱਕ ਚੜ੍ਹੰਦੀ ਆ, ਕੌਣ ਜਾਣੇ ਮੇਰਾ ਨਾਮ ਜੀਓ। ਸਾਰਿਆਂ ਦੇ ਨਾਂ ਨਹੀਂ ਲੈ ਜਾਂਦੇ, ਭੁੱਲ ਚੁੱਕ ਦੀ ਖਿਮਾ ਚਾਹੁੰਦਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ